ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਦੋ ਮੁੱਖ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਪਹਿਲਾ ਗਾਜੀਪੁਰ ਬਾਰਡਰ ਤੇ ਕਿਸਾਨਾਂ ਅਤੇ ਭਾਜਪਾ ਆਗੂਆਂ ਵਿਚਕਾਰ ਹੋਏ ਟਕਰਾਅ ਅਤੇ ਦੂਜਾ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਕਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਦਿੱਤੇ ਆਦੇਸ਼ਾਂ ਬਾਰੇ ਸਾਡੇ ਨਾਲ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਨੂੰ 7 ਮਹੀਨੇ ਦਾ ਜਿਹੜਾ ਹੈਗਾ ਸਮਾਂ ਬੀਤ ਚੁੱਕਿਆ ਹੈ ਤੇ ਇਸ ਦੌਰਾਨ ਪਹਿਲਾਂ ਵੀ ਕਈ ਵਾਰ ਜਿਹੜਾ ਹੈਗਾ ਕਿਸਾਨਾਂ ਅਤੇ ਭਾਜਪਾ ਵਿਚਕਾਰ ਜਿਹੜਾ ਹੈ ਟਕਰਾਅ ਹੋਇਆ ਤੇ ਲੰਘੇ ਦਿਨੀ ਗਾਜੀਪੁਰ ਬਾਰਡਰ ਤੇ ਜਿਹੜਾ ਇੱਕ ਵਾਰ ਫੇਰ ਕਿਸਾਨ ਆਗੂਆਂ ਤੇ ਭਾਜਪਾ ਆਗੂਆਂ ਵਿਚਕਾਰ ਟਕਰਾਅ ਹੋਇਆ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਆਪਣੇ ਆਪਣੇ ਬਿਆਨ ਦਿੱਤੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਇਸ ਟਕਰਾਅ ਦੇ ਪਿੱਛੇ ਕਾਰਨ ਕੀ ਸੀ ਤੇ ਉੱਥੇ ਕੀ ਹੋਇਆ। ਅਸਲ ਦੇ ਵਿੱਚ ਗਾਜੀਪੁਰ ਬਾਰਡਰ ਦੀ ਇੱਕ ਸਾਈਡ ਤੇ ਤਾਂ ਮੋਰਚਾ ਲੱਗਿਆ ਹੋਇਆ ਤੇ ਦੂਜੀ ਸਾਈਡ ਬੇਲੀ ਹੈ, ਜਿਹੜੀ ਮੇਰਠ ਦਿੱਲੀ ਰੋਡ ਹੈ ਆਉਂਦੀ ਹੈ, ਉਸੇ ਦੀ ਟ੍ਰੈਫਿਕ ਜਾਂਦੀ ਹੈ ਤੇ ਟ੍ਰੈਫਿਕ ਆਉਂਦੀ ਹੈ। ਕਿਹਾ ਇਹ ਗਿਆ ਕਿ ਇੱਕ ਨਵਾਂ ਜਨ ਸੈਕਟਰੀ ਬਣਾਇਆ ਹੈ ਜਿਹੜਾ ਬੀਜੇਪੀ ਨੇ, ਉਹਦਾ ਸਵਾਗਤ ਕਰਨ ਲਈ ਬੀਜੇਪੀ ਦੇ ਜਿਹੜੇ ਵਰਕਰ ਸੀ ਉਹ ਉੱਥੇ ਖੜੇ ਸੀ। ਬੀਜੇਪੀ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਨੇ ਸਾਡੇ ਤੇ ਮਤਲਬ ਗਾਲੀ ਗਲੋਚ ਵੀ ਕੀਤੀ, ਅਟੈਕ ਵੀ ਕੀਤਾ, ਜੇ ਵੋ ਜੋ ਮਰਜ਼ੀ। ਪਰ ਹੁਣ ਇੱਕ ਸਵਾਲ ਇਹ ਨਜ਼ਰ ਆਉਂਦਾ ਹੈ ਕਿ ਬੜੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਵਿੱਚ 7 ਮਹੀਨੇ ਤੋਂ ਉੱਪਰ ਤਾਂ ਦਿੱਲੀ ਦੀਆਂ ਅਮਰੂਹਾਂ 'ਤੇ ਹੋ ਗਈ। ਬਿਲਕੁਲ, ਉਹਨਾਂ ਦਾ ਲਗਾਤਾਰ ਇੱਕ ਐਲਾਨ ਹੈ। ਐਲਾਨ ਇਹ ਹੈ ਕਿ ਬੀਜੇਪੀ ਦੇ ਕਿਸੇ ਵੀ ਲੀਡਰ ਨੂੰ, ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਸੇ ਨੂੰ ਵੀ ਅਸੀਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਨਹੀਂ ਜਾਣ ਦਿਆਂਗੇ। ਜੇ ਉਹ ਜਾਣਗੇ ਤਾਂ ਉਹਨਾਂ ਦਾ ਘਿਰਾਓ ਕੀਤਾ ਜਾਏਗਾ ਸ਼ਾਂਤਮਈ ਤਰੀਕੇ ਦੇ ਨਾਲ। ਬਿਲਕੁਲ, ਇਹ ਵਰਤਾਰਾ ਵਾਪਰ ਵੀ ਰਿਹਾ। ਜਿਵੇਂ ਸਭ ਤੋਂ ਜ਼ਿਆਦਾ ਜੇ ਯੂਪੀ ਦੀ ਉਹ ਗੱਲ ਕਰੀਏ ਤਾਂ ਯੂਪੀ 'ਚ ਵੀ ਜਿਹੜਾ ਸੰਜੀਵ ਬਲਿਆਨ ਹੈ, ਜਿਹੜੀ ਖਾਪ ਦੇ ਵਿੱਚੋਂ ਈਵਨ ਰਕੇਸ਼ ਟਕੈਤ ਹੋਣੀ ਆਉਂਦੇ ਨੇ, ਜਿਨ੍ਹਾਂ ਨੇ ਉਹ ਜਤਾ ਕੇ ਭੇਜਿਆ ਵੀ ਉਹ ਸਾਡਾ ਬੰਦਾ ਹੈ, ਉਹਨੂੰ ਵੀ ਉਹਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ, ਉਹਨੇ ਵੀ ਬੰਦ ਕਰਤਾ ਜਾਣਾ। ਹਰਿਆਣੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਬੀਜੇਪੀ ਦੀ ਸਰਕਾਰ ਹੈ, ਚੀਫ ਮਿਨਿਸਟਰ ਤੋਂ ਲੈ ਕੇ ਸਾਰੇ ਬੰਦਿਆਂ ਦੇ ਖਿਲਾਫ ਉਹ ਜਿਹੜੀ ਇੱਕ ਗੱਲ ਉਸ ਲੈਵਲ 'ਤੇ ਮੁਜ਼ਾਹਰੇ ਹੁੰਦੇ ਨੇ, ਪ੍ਰੋਟੈਸਟ ਹੁੰਦੇ ਨੇ, ਕਈ ਵਾਰ ਕੇਸ ਵੀ ਦਰਜ ਕੀਤੇ ਉਹਨਾਂ ਨੇ, ਫਿਰ ਥਾਣਿਆਂ ਦੇ ਘਿਰਾਓ ਕੀਤੇ, ਫਿਰ ਕੇਸ ਵਾਪਸ ਹੋਏ। ਇਹ ਟਕਰਾਅ ਲਗਾਤਾਰ ਜਾਰੀ ਹੈ। ਪਰ ਹੁਣ ਇੱਕ ਗੱਲ ਇਹ ਹੁੰਦੀ ਹੈ ਕਿ ਤੁਹਾਡਾ ਕੋਈ ਲੀਡਰ ਬਣ ਕੇ ਆਇਆ ਹੈ, ਠੀਕ ਹੈ, ਤਾਂ ਤੁਸੀਂ ਜਦੋਂ ਇੱਕ ਟਕਰਾਅ ਪਹਿਲਾਂ ਹੀ ਚੱਲ ਰਿਹਾ, ਤੁਸੀਂ ਉਸੇ ਜਗ੍ਹਾ 'ਤੇ ਬਿਲਕੁਲ ਉਹਦੇ ਬਰਾਬਰ, ਮਤਲਬ ਇੱਥੇ ਇੱਧਰਲੀ ਸਾਈਡ 'ਤੇ ਇਕੱਲਾ ਡਿਵਾਈਡਰ ਹੀ ਵਿੱਚ ਹੈ, 10 ਮੀਟਰ ਦਾ 20 ਮੀਟਰ ਦਾ ਫਰਕ ਹੋਊਗਾ, ਸਾਹਮਣੇ ਖੜ੍ਹ ਕੇ ਹੀ ਸਵਾਗਤ ਕਿਉਂ ਕਰਨਾ ਹੈ, ਢੋਲ ਕਿਉਂ ਵਜਾਉਣਾ ਹੈ? ਇਹਦੇ ਨਾਲ ਉਹ ਫਿਰ ਚੜਾਉਣ ਵਾਲੀ ਗੱਲ ਹੁੰਦੀ ਹੈ ਕਿ ਅਸੀਂ ਤਾਂ ਕਰ ਰਹੇ ਹਾਂ, ਤੁਸੀਂ ਜੋ ਕਰਨਾ ਕਰ ਲਓ। ਉਹ ਇੱਕ ਚਿੜਚਿੜਾਪਨ ਆਉਂਦਾ ਹੈ ਅੰਦੋਲਨ 'ਚ, ਤੁਸੀਂ ਉਕਸਾਉਂਦੇ ਹੋ ਕਿ ਅਸੀਂ ਤਾਂ ਐਵੇਂ ਹੀ ਕਰਾਂਗੇ। ਇਹ ਜਿਹੜਾ ਇੱਕ ਤਰੀਕਾ ਹੁੰਦਾ ਹੈ ਸੱਤਾਧਾਰੀ ਧਿਰ ਨੂੰ, ਇਹਦੇ ਤੋਂ ਗੁਰੇਜ਼ ਕਰਨ ਦੀ ਲੋੜ ਹੈ ਮੇਰੇ ਖਿਆਲ, ਕਿਉਂਕਿ ਟਕਰਾਅ ਜਿੰਨਾ ਵਧੇਗਾ ਉਨਾ ਹੀ ਜਿਹੜਾ ਸ਼ਾਂਤਮਈ ਅੰਦੋਲਨ ਆ ਉਹ ਹਿੰਸਕ ਵੀ ਹੋਣ ਦੇ ਚਾਂਸ ਬਣ ਜਾਂਦੇ ਹੁੰਦੇ ਨੇ। ਔਰ ਅਜੇ ਤੱਕ ਉਹ ਹਿੰਸਕ ਨਹੀਂ ਆ, ਇੰਨੇ ਲੰਮੇ ਸਮੇਂ ਤੋਂ ਬੈਠੇ ਨੇ, ਤਕਲੀਫ ਚੱਲ ਰਹੇ ਨੇ ਕਿਸਾਨ। ਗੌਰਮੈਂਟ ਗੱਲਬਾਤ ਲਈ ਤਾਂ ਸੱਦਾ ਨਹੀਂ ਦੇ ਰਹੀ, ਪਰ ਨਵੇਂ ਇਹ ਸ਼ੋਸ਼ਲ ਛੱਡਣੇ ਜਿਹੜੇ ਟਕਰਾਅ ਪੈਦਾ ਕਰਨੇ ਨੇ। ਇਹ ਤੋਂ ਪਹਿਲਾਂ ਵੀ ਇਹ ਕੋਈ ਨਵੀਂ ਘਟਨਾ ਨਹੀਂ ਹੈ। ਇਹ ਤੋਂ ਪਹਿਲਾਂ ਵੀ ਜਦੋਂ 26 ਜਨਵਰੀ ਤੋਂ ਬਾਅਦ ਅਗਲੇ ਹੀ ਦਿਨ ਸਿੰਘੂ ਬਾਰਡਰ 'ਤੇ ਵੀ, ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਵਰਕਰ ਬੈਠੇ ਹੋਏ ਨੇ, ਉੱਥੇ ਆ ਕੇ ਅਟੈਕ ਵੀ ਕੀਤਾ, ਅੱਗ ਵੀ ਲਾਈ, ਔਰਤਾਂ ਦੇ ਅਤੇ ਕਿੰਨੇ ਬੰਦਿਆਂ ਦੇ ਸੱਟਾਂ ਵੀ ਲੱਗੀਆਂ ਸੀ। ਉਦੋਂ ਇਹਦਾ ਰੌਲਾ ਜ਼ਿਆਦਾ ਪੈ ਗਿਆ, ਫਿਰ ਆਇਡੈਂਟੀਫਾਈ ਕੀਤੇ, ਕਈ ਰਿਪੋਰਟਾਂ ਆ ਗਈਆਂ ਅਖਬਾਰਾਂ ਦੇ ਵਿੱਚ ਕਿ ਉਹ ਬੰਦੇ ਸਧਾਰਨ ਬੰਦੇ ਨਹੀਂ ਸੀ। ਕਿਹਾ ਇਹ ਗਿਆ ਕਿ ਉਹ ਸਧਾਰਨ ਬੰਦੇ ਸੀ, ਪਰ ਉਹ ਬੀਜੇਪੀ ਦੇ ਅਹੁਦੇਦਾਰ ਵੀ ਸੀ ਅਤੇ ਵੱਖ-ਵੱਖ ਜਗ੍ਹਾ ਦੀਆਂ ਤੋਂ ਲਿਆਂਦੇ ਗਏ ਸੀ, ਉਹ ਲੋਕਲ ਬੰਦੇ ਨਹੀਂ ਸੀ। ਇਹ ਵੀ ਸਾਹਮਣੇ ਆ ਗਿਆ। ਅਤੇ ਉਹਦੇ ਤੋਂ ਬਿਨਾਂ ਟਿਕਰੀ ਬਾਰਡਰ 'ਤੇ ਵੀ ਐਵੇਂ ਟਰਾਈ ਹੋਈ ਸੀ, ਅਤੇ ਉੱਥੇ ਤਾਂ ਖੈਰ ਹਰਿਆਣੇ ਦੀਆਂ ਖਾਪ ਜਾਂ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨੂੰ ਟੈਕਲ ਕੀਤਾ, ਆਪਣੇ ਤਰੀਕੇ ਨਾਲ ਰੋਕਿਆ ਅਤੇ ਉਹ ਟਲਦਾ ਗਿਆ। ਮਤਲਬ ਅਜੇ ਤੱਕ ਟਕਰਾਅ ਸਿੱਧੇ ਹੋਣ ਤੋਂ ਟਾਲਾ ਵੱਟਣਾ ਇੱਕ ਚੰਗੀ ਗੱਲ ਹੈ, ਟਲਦਾ ਰਿਹਾ, ਅਤੇ ਜਿਹਦੇ ਕਰਕੇ ਓਡਾ ਵੱਡਾ ਨੁਕਸਾਨ ਨਹੀਂ ਹੋ ਰਿਹਾ, ਜਾਨੀ ਜਿਹੜਾ ਨੁਕਸਾਨ ਹੋਣਾ ਹੁੰਦਾ। ਅਤੇ ਨਹੀਂ ਤਾਂ ਸਿੱਧੇ ਤੌਰ 'ਤੇ ਫਿਰ ਉਹ ਵੀ ਅੱਕੇ ਬੈਠੇ ਨੇ ਅਤੇ ਤੁਸੀਂ ਵੀ ਉਸ ਲੈਸ ਹੋ ਕੇ ਆਓਗੇ। ਤਾਂ ਜਿਹੜਾ ਉਹ ਘਟਨਾਕ੍ਰਮ ਸੀ 27-28 ਤਰੀਕ ਦੀ ਰਾਤ ਦਾ, ਜਿਹੜਾ ਉਸੇ ਗਾਜੀਪੁਰ ਬਾਰਡਰ 'ਤੇ ਰਕੇਸ਼ ਟਕੈਤ ਤਾਂ ਗ੍ਰਿਫਤਾਰੀ ਦੇਣ ਗਿਆ ਸੀ, ਜਿਹੜਾ 200-250 ਬੰਦਾ ਬਚਿਆ ਸੀ। ਰਕੇਸ਼ ਟਕੈਤ ਨੇ ਹੁਣ ਖੁਦ ਕਿਹਾ ਕਿ ਉਹ ਬੰਦਿਆਂ ਨੂੰ ਵੀ ਇਹ ਲੱਗਣ ਲੱਗ ਗਿਆ ਸੀ ਕਿ 84 ਵਾਂਗ ਇਹ ਬੰਦਿਆਂ ਨੂੰ ਮਾਰ ਦਿੱਤਾ ਜਾਊਗਾ ਜੇਕਰ ਉਹ ਮਤਲਬ ਗ੍ਰਿਫਤਾਰੀ ਦੇ ਕੇ ਚਲਾ ਜਾਂਦਾ। ਬਾਅਦ 'ਚ ਜਿੰਨੇ ਕੁ ਲੋਕ ਬਚ ਗਏ, ਔਰ ਉਹ ਲੋਕਾਂ ਨੂੰ ਵੀ ਅਹਿਸਾਸ ਸੀ, ਉਹਨਾਂ ਨੇ ਰਕੇਸ਼ ਟਕੈਤ ਨੂੰ ਵੀ ਕਿਹਾ ਕਿ ਜਿਹੜੇ ਬੀਜੇਪੀ ਦੇ 2 MLA ਜਿਹਦਾ ਨਾਂ ਵੀ ਲਿਆ ਉਹਨਾਂ ਨੇ, ਕਿ ਉਹ 30-30 40-40 ਬੰਦੇ ਲਈ ਫਿਰਦੇ ਸੀ। ਕਿਉਂਕਿ ਜੇ ਪੁਲਿਸ ਅਰੈਸਟ ਕਰਦੀ ਹੈ, ਠੀਕ ਹੈ, ਪੁਲਿਸ ਦਾ ਇੱਕ ਸਿਸਟਮ ਹੈ, ਮੈਜਿਸਟਰੇਟ ਨੇ ਕਿਹਾ ਅਰੈਸਟ ਕਰੋ, ਅਰੈਸਟ ਹੋ ਗਏ ਜਾਂ ਗ੍ਰਿਫਤਾਰੀਆਂ ਦੇਤੀਆਂ, ਇਹ ਇੱਕ ਪ੍ਰਸ਼ਾਸਨਿਕ ਤਰੀਕਾ ਹੈ। ਪਰ ਜਦ ਕੋਈ ਪੋਲੀਟੀਕਲ ਧਿਰ
ਆਪਣੇ ਬੰਦੇ ਲੈ ਕੇ ਆਉਂਦੀ ਹੈ ਕਿਤੇ ਮਤਲਬ ਹਮਲਾ ਕਰਨ ਲਈ ਜਾਂ ਉਕਸਾਉਣ ਲਈ, ਉਹ ਇੱਕ ਗੈਰ ਕਾਨੂੰਨੀ ਤੇ ਅਨਐਥੀਕਲ, ਗੈਰ ਇਖਲਾਕੀ ਵਿਧਾ ਬਣ ਜਾਂਦੀ ਹੈ। ਬਿਲਕੁਲ ਤੁਸੀਂ ਜੋ ਵੀ ਅੰਦੋਲਨ ਨਾਲ ਕਰਨਾ ਸਰਕਾਰੀ ਤੌਰ ਤੇ ਕਰਨ ਦੀ ਗੱਲ ਕਰੋ। ਜੀ। ਜਿਹੜੇ ਪ੍ਰਾਈਵੇਟ ਤਰੀਕੇ ਨੇ, ਇਹ ਤਰੀਕੇ ਮੇਰੇ ਖਿਆਲ ਹੈ ਕਿ ਇੱਕ ਵੱਡਾ ਘਾਣ ਕਰਾ ਦਿੰਦੇ ਨੇ। ਜਿਵੇਂ ਇਦੋਂ ਪਹਿਲਾਂ ਵੀ ਬੀਜੇਪੀ ਦੀ ਪੋਲਿਟਿਕਸ ਜਿਹੜੀ ਰਹੀ ਯੂਪੀ ਦੇ ਵਿੱਚ ਖਾਸ ਤੌਰ ਤੇ, ਬਾਕੀ ਵੀ ਜੀ ਜਿਹੜੀ ਉਹ ਹਿੰਦੂਤਵਾ ਐਂਗਲ ਸੀ, ਉਹਦੇ ਨਾਲ ਮੁਸਲਿਮ ਹਿੰਦੂ ਦੰਗੇ ਕਦੇ ਹੋ ਗਏ, ਮੁਜ਼ੱਫਰਪੁਰ ਕਿੰਨਾ ਰੌਲਾ ਪਿਆ ਸੀ, ਵੱਖ-ਵੱਖ ਜਗ੍ਹਾ ਤੇ ਹੁੰਦੇ ਨੇ। ਉਹ ਸਮਾਜ 'ਚ ਵੀ ਟਕਰਾਅ ਪੈਦਾ ਕਰਦੇ ਨੇ, ਫੁੱਟ ਪਾਉਂਦੇ ਨੇ, ਲੰਮਾ ਤਣਾਅ ਰੱਖਦੇ ਨੇ ਲਗਾਤਾਰ। ਉਹ ਸਾਰੇ ਲੋਕਾਂ ਦਾ ਜ਼ਿੰਦਗੀ ਦੁੱਭਰ ਬਣਾ ਦਿੰਦੇ ਨੇ। ਇਸ ਲਈ ਇਹੋ ਜਿਹਾ ਮਾਹੌਲ ਜਿਹੜਾ ਉੱਥੇ ਵਾਪਰਿਆ, ਇਹ ਤੋਂ ਬਚਣਾ ਚਾਹੀਦਾ। ਔਰ ਪੁਲਿਸ ਨੇ ਕੀਤਾ ਕੀ ਹੈ ਕਿ 200 ਤੋਂ ਵੱਧ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕਰਤੇ, ਦੂਜੀ ਧਿਰ ਦੇ ਨਹੀਂ। ਜੇ 2 ਕਲੈਸ਼ ਹੋਇਆ ਤਾਂ ਇੱਕ ਪ੍ਰੋਪਰ ਫਿਰ ਦੋਨੇ ਤਰ੍ਹਾਂ ਦੇ ਖਿਲਾਫ ਪਰਚਾ ਦਰਜ ਕਰੋ, ਉਹਦੀ ਜਾਂਚ ਕਰੋ। ਜਿਹੜੇ ਪਾਸਿਓਂ ਪਹਿਲ ਜਿਹੜਾ ਦੋਸ਼ੀ ਹੈ ਤੇ ਉਹਨੂੰ ਤੁਸੀਂ ਪਿਨ ਪੁਆਇੰਟ ਕਰੋਗੇ ਕਿ ਆਹ ਹੈ। ਇਹਦੇ 'ਚੋਂ ਨਜ਼ਰ ਆਉਂਦਾ ਕਿ ਸੱਤਾਧਾਰੀ ਧਿਰ ਆਪਣੇ ਤਰੀਕੇ ਨਾਲ ਫਿਰ ਉਹ ਸਾਰੀਆਂ ਚੀਜ਼ਾਂ ਕਰ ਰਹੀ ਹੈ। ਔਰ ਇਹ ਮੇਰਾ ਖਿਆਲ ਹੈ ਨਾ ਦੇਸ਼ ਦੇ ਹਿੱਤ ਦੇ ਵਿੱਚ ਹੈ, ਔਰ ਕਿਸਾਨ ਵੀ ਜਿਹੜੇ ਬੈਠੇ ਹੋਏ ਨੇ ਜਾਂ ਬਾਕੀ ਦਾ ਇਹ ਲੋਕ ਅੰਦੋਲਨ ਹੈ, ਨੋਮ ਚਮਸਕੀ ਵਰਗੇ ਬੰਦੇ ਦੁਨੀਆ ਦੇ ਵਿੱਚ ਉਹਦੇ 'ਤੇ ਗੱਲ ਕਰ ਰਹੇ ਨੇ ਕਿ ਇੱਕ ਨਿਵੇਕਲੇ ਕਿਸਮ ਦਾ ਐਡੀ ਵੱਡੀ ਸਟਰੈਂਥ ਵਾਲਾ ਅੰਦੋਲਨ ਹੈ ਕਿ ਉਹ ਵੀ ਪੀਸਫੁਲ ਬੈਠਾ ਹੋਇਆ। ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ। ਔਰ ਅੱਗੇ ਵੋਟਾਂ ਵੀ ਆ ਰਹੀਆਂ ਨੇ, ਯੂਪੀ ਵੀ, ਹੋਰਾਂ ਮਾਮਲਿਆਂ ਦੇ ਵਿੱਚ ਵੀ, ਅਤੇ ਉਹਦੇ 'ਤੇ ਵੀ ਇਹਦਾ ਅਸਰ ਇਹੋ ਜਿਹੀਆਂ ਚੀਜ਼ਾਂ ਦਾ ਪੈਣਾ ਸੁਭਾਵਿਕ ਹੈ। ਇਸ ਕਰਕੇ ਮੇਰੇ ਖਿਆਲ ਜਿਹੜਾ ਪਾਵਰਫੁਲ ਬੰਦਾ ਸੱਤਾਧਾਰੀ ਧਿਰ ਹੈ, ਜਿਹਦੇ ਹੱਥ 'ਚ ਕਮਾਨ ਹੈ, ਉਹਨੂੰ ਜ਼ਿਆਦਾ ਸੰਜਮ ਤੋਂ ਕੰਮ ਲੈਣਾ ਚਾਹੀਦਾ। ਬਲਕਿ ਇਹ ਭਰੋਸਾ ਪੈਦਾ ਕਰਕੇ ਟਕਰਾਅ ਦੀ ਬਜਾਏ ਗੱਲਬਾਤ ਕਰਕੇ ਇਸ ਮਾਮਲੇ ਨੂੰ ਨਿਮੇੜਨਾ ਚਾਹੀਦਾ। ਜੀ ਹਮੀਰ ਜੀ, ਲੰਘੇ ਦਿਨ ਜਿਹੜੀ ਗਾਜੀਪੁਰ ਬਾਰਡਰ ਤੇ ਘਟਨਾ ਵਾਪਰੀ ਹੈ, ਟਕਰਾਅ ਹੋਈ ਹੈ, ਉਸ ਨੂੰ ਲੈ ਕੇ ਸੱਤਾਧਾਰੀ ਧਿਰ ਨੇ ਤਾਂ ਕਿਸਾਨਾਂ ਤੇ ਕੇਸ ਦਰਜ ਕਰਕੇ ਆਪਣੀ ਜਿਹੜੀ ਨੀਤੀ ਹੈ ਤੇ ਨੀਅਤ ਸਪਸ਼ਟ ਕਰ ਦਿੱਤੀ ਹੈ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਅਗਲੀ ਰਣਨੀਤੀ ਕੀ ਬਣਾਈ ਜਾ ਰਹੀ ਹੈ, ਉਹ ਕੀ ਕਰਨ ਜਾ ਰਹੇ ਨੇ? ਔਰ ਜੋ ਰਾਕੇਸ਼ ਟਕੈਤ ਨੇ, ਕਿਉਂਕਿ ਗਾਜੀਪੁਰ ਮੇਨਲੀ ਰਾਕੇਸ਼ ਟਕੈਤ ਦਾ ਹੀ ਏਰੀਆ ਹੈ, ਜਿਹੜਾ ਉੱਤਰਾਖੰਡ ਤੇ ਯੂਪੀ ਤੋਂ ਹੀ ਉੱਥੇ ਜ਼ਿਆਦਾਤਰ ਬੰਦੇ ਆਉਂਦੇ ਨੇ। ਉਹਨਾਂ ਦੇ ਏਰੀਆ ਦੇ ਵਿੱਚੋਂ ਮੇਨਲੀ ਉਹਨੇ ਇਹ ਕਿਹਾ ਵੀ ਜੇ ਇਹੀ ਕੰਮ ਹੁੰਦਾ ਰਿਹਾ ਤਾਂ ਅਸੀਂ ਸਾਰੇ ਦੇਸ਼ ਦੇ ਵਿੱਚ ਕਿਤੇ ਵੀ ਬੰਦੇ ਨਹੀਂ ਵੜਨ ਦੇਣੇ ਤੁਹਾਡੇ ਲੋਕਲ ਬੰਦਿਆਂ ਦੇ ਖਿਲਾਫ ਵੀ। ਇਹਦਾ ਮਤਲਬ ਇਹ ਹੈ ਕਿ ਟਕਰਾਅ ਵੱਧ ਜਾਏਗਾ। ਫਿਰ ਜੇਕਰ ਉਹ ਸੱਦਾ ਦੇਣਗੇ ਕਿ ਤੁਸੀਂ ਸਾਡੇ ਕੈਂਪਾਂ 'ਚ ਆ ਕੇ ਇਹ ਗੱਲ ਕਰਦੇ ਹੋ, ਤਾਂ ਅਸੀਂ ਫੀਲਡ ਦੇ ਵਿੱਚ ਵੀ ਇੱਕ ਸੱਦਾ ਦੇਵਾਂਗੇ ਕਿ ਹੋਰ ਬੰਦਿਆਂ ਦਾ ਵੀ ਫਿਰ ਘਰਾਓ ਕਰਨਾ ਸ਼ੁਰੂ ਕਰ ਦਿਓ, ਮੰਤਰੀਆਂ ਤੋਂ ਬਿਨਾਂ ਜਿਹੜਾ ਵੀ ਹੈ। ਤਾਂ ਇਹ ਟਕਰਾਅ ਦਾ ਇੱਕ ਗੱਲ। ਉਹ ਦੂਜੀ ਗੱਲ ਇਹ ਹੈ, ਮੇਰੇ ਖਿਆਲ ਹੈ ਸੰਯੁਕਤ ਮੋਰਚੇ ਨੇ ਅਜੇ ਇਹਦੇ 'ਤੇ ਸੋਚਣਾ ਹੋਏਗਾ, ਸੋਚੂਗਾ। ਔਰ ਕੰਡੈਮ, ਨਿੰਦਾ ਤਾਂ ਸਭ ਨੇ ਕੀਤੀ ਹੈ ਕਿ ਇਹ ਗੱਲ ਗਲਤ ਹੈ। ਔਰ ਇੱਦੋਂ ਅਗਲੀ ਰਣਨੀਤੀ ਜਿਹੜੀ ਮੈਨੂੰ ਲੱਗਦਾ ਕਿ ਬੀਜੇਪੀ ਲਈ ਤਕਲੀਫਦੇਹ ਲੱਗਦੀ ਹੋਏਗੀ, ਜਿਹੜੀ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਅਸੀਂ ਜਲਦੀ ਚੋਣਾਂ ਦੇ ਨੇੜੇ ਨਹੀਂ, ਹੁਣੇ ਤੋਂ ਜਾ ਕੇ ਮੁਜ਼ੱਫਰਨਗਰ ਜਾਂ ਮੇਨ ਜਗ੍ਹਾ 'ਤੇ ਇੱਕ ਵੱਡੀ ਰੈਲੀ ਕਰਕੇ ਉਦੋਂ ਬਾਅਦ ਐਲਾਨ ਕਰਨਾ ਹੈ ਬੀਜੇਪੀ ਹਰਾਓ ਦੀ ਮੁਹਿੰਮ ਚਲਾਉਣੀ ਹੈ ਯੂਪੀ ਦੇ ਵਿੱਚ। ਔਰ ਜਥੇਬੰਦੀਆਂ ਨੂੰ ਪਿੰਡ ਜ਼ਿਲ੍ਹੇ ਵੰਡ ਦੇਣੇ ਨੇ, ਜ਼ਿਲ੍ਹੇ ਵੰਡ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਪ੍ਰਚਾਰ, ਇੱਕ ਵੱਡੇ ਵਿਆਪਕ ਪ੍ਰਚਾਰ ਕਰਨਾ ਹੈ। ਕਿਉਂਕਿ ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ ਜਾਂ ਸਿਆਸਤ ਹੈ, ਅੱਜ ਕੱਲ੍ਹ ਇਹ ਕੇਵਲ ਵੋਟ ਦੀ ਭਾਸ਼ਾ ਹੀ ਸਮਝਦੀ ਹੈ। ਇਹ ਨਾਗਰਿਕ ਦੀ ਭਾਸ਼ਾ, ਮੇਰੇ ਸਿਟੀਜ਼ਨ ਨੇ, ਉਹ ਤਕਲੀਫ 'ਚ ਨੇ, ਉਹ ਭਾਸ਼ਾ ਨਹੀਂ ਸਮਝਦੀ। ਅਤੇ ਕਿਉਂਕਿ ਚੋਣਾਂ ਆ ਰਹੀਆਂ ਨੇ 2022 'ਚ 5 ਰਾਜਾਂ ਦੀਆਂ, ਪੰਜਾਬ, ਯੂਪੀ, ਉੱਤਰਾਖੰਡ, ਮਨੀਪੁਰ, ਗੋਆ, ਅਤੇ ਉਹ ਯੂਪੀ ਵੱਡੀ ਗੱਲ ਹੈ। ਯੂਪੀ ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਸਭ ਤੋਂ ਵੱਡੀ ਜ਼ਿਆਦਾ ਸੀਟਾਂ ਨੇ, ਅਤੇ ਉਹ ਜੇ ਅਸੈਂਬਲੀ ਦੇ ਵਿੱਚ ਨੁਕਸਾਨ ਹੁੰਦਾ ਤਾਂ ਸਮਝਿਆ ਜਾਂਦਾ ਕਿ ਤੁਸੀਂ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹੋ। ਉਹ ਰਣਨੀਤੀ 'ਤੇ ਕਿਸਾਨ ਅੰਦੋਲਨ ਜਿਹੜਾ ਉਹ ਕੰਮ ਕਰ ਰਿਹਾ। ਔਰ ਜਦੋਂ ਅਮਲ ਦੇ ਵਿੱਚ ਆਏਗੀ ਤਾਂ ਲਾਜ਼ਮੀ ਹੈ ਸਿਆਸਤ ਦੇ ਤੌਰ 'ਤੇ ਵੀ ਸੱਤਾਧਾਰੀ ਧਿਰ ਨੂੰ ਉਹਦਾ ਨੁਕਸਾਨ, ਜਿਵੇਂ ਪੱਛਮੀ ਬੰਗਾਲ ਦੇ ਵਿੱਚ ਕੀਤਾ ਹੈ। ਅਤੇ ਪੱਛਮੀ ਬੰਗਾਲ 'ਚ ਤਾਂ ਓਡੇ ਵੱਡੇ ਪੱਧਰ 'ਤੇ ਅਜੇ ਪ੍ਰਚਾਰ ਨਹੀਂ ਕੀਤਾ, 1-2 ਵਾਰ ਗਏ ਅਤੇ ਕੁਝ ਚਿੱਠੀ ਵੰਡੇ। ਇੱਥੇ ਉਹਨਾਂ ਦੀ ਰਣਨੀਤੀ ਹੈ ਕਿ ਅਸੀਂ ਹੇਠਾਂ ਤੱਕ, ਲੋਕਾਂ ਤੱਕ ਜਾਵਾਂਗੇ, ਉਸ ਤਰੀਕੇ ਨਾਲ ਹੀ ਵਿਰੋਧ ਕਰਾਂਗੇ, ਮਤਲਬ ਡੈਮੋਕ੍ਰੈਟਿਕ ਤਰੀਕੇ ਨਾਲ ਵਿਰੋਧ ਕਰਾਂਗੇ, ਅਤੇ ਆਪਣੀ ਗੱਲ ਕਹਾਂਗੇ ਕਿ ਜਿਹੜੀ ਸਰਕਾਰ ਇੰਨਾ ਵੱਡੇ ਪੱਧਰ 'ਤੇ ਲੋਕਾਂ ਦੇ ਅਨਰੈਸਟ ਹੈ ਜਾਂ ਬੇਚੈਨੀ ਹੈ, ਉਹਨੂੰ ਸੁਣਦੀ ਨਹੀਂ ਹੈ। ਅਤੇ ਉਹ ਸਰਕਾਰ ਨੂੰ ਸੱਤਾ ਦੇ ਵਿੱਚ ਨਾ ਲਿਆਓ, ਦੂਜਾ ਕਿਸੇ ਨੂੰ ਵੀ ਲਿਆਓ, ਜਿਹਨੂੰ ਮਰਜ਼ੀ। ਇਹ ਰਣਨੀਤੀ ਕਿਸਾਨ ਮੋਰਚੇ ਨੇ ਬਣਾਈ ਹੋਈ ਹੈ। ਜੀ ਹਮੀਰ ਜੀ, ਇਹ ਤਾਂ ਸੀ ਕਿਸਾਨ ਅੰਦੋਲਨ ਦੀ ਗੱਲ। ਜੇਕਰ ਗੱਲ ਕਰੀਏ ਕਰੋਨਾ ਦੀ, ਤਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਇੱਕ ਹਲਫਨਾਮਾ ਦਾਇਰ ਕਰਦਿਆਂ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਵੀ ਕਿ ਜਿਹੜਾ ਕਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸਾਡੇ ਕੋਲ ਪੈਸੇ ਨਹੀਂ ਹੈ। ਉਹਨਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਸੀ, ਪਰ ਸੁਪਰੀਮ ਕੋਰਟ ਨੇ ਕੇਂਦਰ ਨੂੰ ਆਦੇਸ਼ ਦਿੱਤੇ ਨੇ ਕਿ ਕਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਨੂੰ ਤੁਸੀਂ ਕਿਵੇਂ ਦੇਖਦੇ? ਅਸਲ ਦੇ ਵਿੱਚ ਇਹ ਲੱਗਿਆ ਜਿਵੇਂ ਕਰੋਨਾ ਦੇ ਮਾਮਲੇ 'ਚ ਸਰਕਾਰ ਲਾਪਰਵਾਹ ਹੈ ਬਹੁਤ ਬੁਰੀ ਤਰ੍ਹਾਂ। ਹਰ ਮਾਮਲੇ 'ਚ ਅਦਾਲਤ ਨੂੰ ਦਖਲ ਦੇਣਾ ਪਿਆ।
ਜਿਵੇਂ ਤੁਸੀਂ ਦੇਖੋ ਕਿ ਜਦ ਆਕਸੀਜਨ ਨਹੀਂ ਮਿਲ ਰਹੀ ਸੀ ਉਦੋਂ ਵੀ ਦਿੱਲੀ ਦੀ ਹਾਈ ਕੋਰਟ ਜਾਂ ਹੋਰ ਸੂਬਿਆਂ ਦੀਆਂ ਹਾਈ ਕੋਰਟਾਂ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਤੱਕ ਨੂੰ ਦਖਲ ਦੇਣਾ ਪਿਆ, ਤੁਸੀਂ ਆਹ ਪ੍ਰਬੰਧ ਕਿਉਂ ਨਹੀਂ ਕਰ ਰਹੇ, ਆਹ ਕਿਉਂ ਨਹੀਂ ਕਰ ਰਹੇ, ਆਹ ਕਿਉਂ ਨਹੀਂ ਕਰ ਰਹੇ। ਉਦੋਂ ਵੀ ਇਹ ਪ੍ਰਬੰਧ ਕੀਤਾ। ਔਰ ਫਿਰ ਜਦੋਂ ਵੈਂਟੀਲੇਸ਼ਨ ਦਾ ਸਵਾਲ ਜਾਂ ਬੈੱਡਾਂ ਦਾ ਸਵਾਲ ਜਾਂ ਬਾਕੀ ਦੇ ਸਵਾਲ ਜਾਂ ਸਟਾਫ ਦੇ ਸਵਾਲ ਆਏ, ਫਿਰ ਵੀ ਅਦਾਲਤਾਂ ਨੂੰ ਦਖਲ ਦੇਣਾ ਪਿਆ ਕਿ ਇਹਦਾ ਪ੍ਰਬੰਧ ਮੌਕੇ ਮੁਤਾਬਕ ਤੁਸੀਂ ਕਿਉਂ ਨਹੀਂ ਕਰਦੇ ਜਾਂ ਇਸ ਤਰੀਕੇ ਦਾ ਗੱਲ ਕਰੋ। ਤੇ ਹੁਣ ਜਦੋਂ ਮੁਆਵਜ਼ੇ ਦੀ ਗੱਲ ਆਉਂਦੀ ਹੈ ਉਦੋਂ ਵੀ ਸਰਕਾਰ ਨੇ ਹੱਥ ਖੜੇ ਕਰਤੇ। ਤਾਂ ਇਹ ਕੰਮ ਤਾਂ ਸਰਕਾਰਾਂ ਦੇ ਹੁੰਦੇ ਨੇ, ਐਗਜੈਕਟਿਵ ਦੇ ਕੰਮ ਨੇ, ਕਾਰਜਕਾਰਨੀ ਦੇ ਕੰਮ ਨੇ ਕਿ ਉਹ ਯੋਜਨਾ ਬਣਾਵੇ, ਯੋਜਨਾ ਨੂੰ ਲਾਗੂ ਕਰੇ, ਲੋਕਾਂ ਲਈ ਮਤਲਬ ਕੋਈ ਫਾਇਦੇਮੰਦ ਚੀਜ਼ਾਂ ਤੇ ਸਮੇਂ ਸਿਰ ਮਿਲਣ, ਇਹਦੀ ਗਰੰਟੀ ਕਰੇ। ਜਦੋਂ ਨਹੀਂ ਕਰਦੀ ਅਦਾਲਤਾਂ ਦੀ ਦਖਲ ਦਾ ਮਤਲਬ ਇਹ ਹੈ ਕਿ ਸਰਕਾਰ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਪਾ ਰਹੀ। ਇਸੇ ਐਂਗਲ 'ਚੋਂ, ਇਸੇ ਨਜ਼ਰੀਏ 'ਚੋਂ ਇਹ ਨਿਕਲਿਆ ਕਿ ਸਰਕਾਰ ਨੇ ਤਮਾਮ ਇਹ ਕੋਸ਼ਿਸ਼ਾਂ ਕੀਤੀਆਂ ਕਿ ਨਹੀਂ ਜੀ ਦਿੱਤਾ ਨਹੀਂ ਜਾ ਸਕਦਾ ਮੁਆਵਜ਼ਾ। ਦਿੱਤਾ ਕਿਉਂ ਨਹੀਂ ਜਾ ਸਕਦਾ? ਉਹ ਕਹਿੰਦੇ ਨੇ ਕਿ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੁੰਦਾ ਹੈ, ਜਿਹੜਾ ਕੁਦਰਤੀ ਆਫਤਾਂ ਦੇ ਪ੍ਰਬੰਧਨ ਦੇ ਨਾਲ ਜੁੜਿਆ ਹੋਇਆ ਫੰਡ ਹੈ, ਉਹਦੇ ਵਿੱਚੋਂ ਇਸ ਲਈ ਨਹੀਂ ਕੰਮ ਦਿੱਤਾ ਜਾ ਸਕਦਾ ਉਹਦੇ, ਕਿਉਂਕਿ ਰੂਲ ਨਿਯਮ ਜਿਹੜੇ ਨੇ ਉਹ ਇਜਾਜ਼ਤ ਨਹੀਂ ਦਿੰਦੇ। ਹੁਣ ਇਹ ਸਵਾਲ ਗਵਰਨਮੈਂਟ ਨੇ ਕੀਤਾ, ਨਿਯਮ ਇਜਾਜ਼ਤ ਨਹੀਂ ਦਿੰਦੇ, ਕੋਰਟ ਨੇ ਉਹ। ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਅਸੀਂ ਇੰਨੇ ਅਦਾ ਕਰ ਸਕੀਏ। ਬੀਜੇਪੀ ਦੇ ਕਈ, ਇੱਕ ਸਪੋਕਸਪਰਸਨ ਤਾਂ ਮੈਂ ਦੇਖੀ, ਬੀਬੀ ਸਪੋਕਸਪਰਸਨ ਸੀ, ਉਹ ਤਾਂ ਇੰਨੀ ਜਿਹੜੀ ਇਹਦੀ ਕੈਲਕੂਲੇਸ਼ਨ ਹੈ, ਜਿਹੜਾ ਅੰਦਾਜ਼ਾ ਹੈ ਵੀ 4 ਲੱਖ ਬੰਦੇ ਮਰੇ ਨੇ, 4 ਲੱਖ ਬੰਦੇ ਨੂੰ 4-4 ਲੱਖ ਦੇਣ ਨੂੰ ਕਹਿੰਦੇ ਹੋ, ਇਹ ਤਾਂ 16 ਲੱਖ ਕਰੋੜ ਰੁਪਈਆ ਬਣ ਗਿਆ ਜੀ। ਔਰ ਉਹਨਾਂ ਦੇ ਖਿੱਲੀ ਵੀ ਉੱਡੀ ਕਿ ਮੈਥੇਮੈਟਿਕਸ ਦੇ ਹਿਸਾਬ ਕਿਤਾਬ ਕਿੱਥੋਂ ਲਿਆਂਦਾ ਤੁਸੀਂ? 15-16 ਹਜ਼ਾਰ ਕਰੋੜ ਰੁਪਈਏ ਨੂੰ ਤੁਸੀਂ 16 ਲੱਖ ਕਰੋੜ ਰੁਪਏ 'ਤੇ ਲੈ ਜਾਂਦੇ ਹੋ ਕਿ ਇੰਨੇ ਦੇਣੇ ਪੈਣਗੇ। ਜਾਂ ਮਤਲਬ ਇਹ ਵੀ ਨਹੀਂ ਵੀ ਕਿੰਨੇ ਦੇਣੇ ਪੈਣਗੇ, ਘੱਟ ਜਾਂ ਵੱਧ। ਕੀ ਜਿਨ੍ਹਾਂ ਦਾ ਬ੍ਰੈਡ ਬਿਨਰ ਚਲਾ ਗਿਆ ਜਾਂ ਰੋਟੀ ਕਮਾਉਣ ਵਾਲਾ ਚਲਾ ਗਿਆ ਕਿਸੇ ਵੀ ਕਾਰਨ ਕਰਕੇ, ਮੈਂ ਕਹਿੰਦਾ ਕਰੋਨਾ ਵੀ ਛੱਡੋ, ਬਾਕੀ ਵੀ ਕਿਸੇ ਕਾਰਨ ਕਰਕੇ ਚਲਾ ਗਿਆ, ਕੀ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਉਸ ਪਰਿਵਾਰ ਦੀ ਜ਼ਿੰਮੇਵਾਰੀ ਕਿ ਸਾਡੇ ਕੋਈ ਸੋਸ਼ਲ ਸਿਕਿਉਰਿਟੀ ਦਾ ਨੈਟਵਰਕ ਨਹੀਂ ਹੋਣਾ ਚਾਹੀਦਾ? ਉਸ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਕਿ ਉਹਦੇ ਬੱਚਿਆਂ ਦੀ ਪੜ੍ਹਾਈ ਨਾ ਛੁੱਟੇ, ਉਹਨਾਂ ਪਰਿਵਾਰਾਂ ਦੀ ਰੋਜੀ ਰੋਟੀ ਚੱਲਦੀ ਰਹੇ, ਤਾਂ ਕਿ ਥੋੜ੍ਹੇ ਦੇਰ ਲਈ ਉਹਨਾਂ ਉਸ ਸਹਾਇਤਾ ਦੇ ਨਾਲ ਉਹ ਮੁੜ ਕੇ ਖੜਾ ਹੋ ਸਕੇ ਪਰਿਵਾਰ, ਜਾਂ ਰੁੜ ਜੇ ਜਿੱਥੇ ਮਰਜੀ ਤੁਸੀਂ ਨਹੀਂ ਬਿਲਕੁਲ ਵੀ ਕੁਝ ਕਰਨਾ। ਇਹ ਤਾਂ ਗੈਰ ਮਨੁੱਖੀ ਇੱਕ ਵਿਵਹਾਰ ਹੈ, ਗੈਰ ਇਨਸਾਨੀ ਵਿਵਹਾਰ ਹੈ। ਅਦਾਲਤ ਨੇ ਉਦੋਂ ਇਹ ਜਿਹੜਾ ਪੈਂਡਿੰਗ ਰੱਖ ਲਿਆ ਸੀ ਜੱਜਮੈਂਟ, ਸੁਣਵਾਈ ਹੋ ਗਈ ਸੀ। ਔਰ ਮਿਸਟਰ ਬੰਸਲ ਨੇ, ਐਡਵੋਕੇਟ ਜਿਨ੍ਹਾਂ ਨੇ ਜਨਹਿਤ ਪਟੀਸ਼ਨ ਪਾਈ ਸੀ, ਇੱਕ ਹੋਰ ਉਹਨਾਂ ਦੇ ਨਾਲ ਸਹਿਯੋਗੀ ਦੋਨਾਂ ਨੇ, ਪਰ ਉਹਨਾਂ ਨੇ ਲਗਾਤਾਰ ਕਿਹਾ ਕਿ ਤੁਸੀਂ ਇਹ ਕਰ ਸਕਦੇ ਹੋ। ਔਰ ਡਿਜ਼ਾਸਟਰ ਦੇ ਅੰਦਰ ਹੀ ਇਹ ਆਉਂਦਾ ਕਿਉਂਕਿ ਤੁਸੀਂ ਇਹਨੂੰ ਡਿਜ਼ਾਸਟਰ ਡਿਕਲੇਅਰ ਕਰ ਚੁੱਕੇ ਹੋ। ਜੇ ਤੁਸੀਂ ਇਹਨੂੰ ਡਿਜ਼ਾਸਟਰ ਡਿਕਲੇਅਰ ਕਰ ਚੁੱਕੇ ਹੋ ਤਾਂ ਉਹਦੇ ਦਾਇਰੇ 'ਚ ਵੀ ਆਉਂਦਾ, ਤੇ ਤੁਸੀਂ ਇਹ ਨਹੀਂ ਕਰ ਸਕਦੇ ਕਿ ਨਹੀਂ। ਤਾਂ ਹੁਣ ਅਦਾਲਤ ਨੇ ਇੱਕ ਕੰਮ ਕਰਤਾ ਕਿ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਨੈਸ਼ਨਲ ਲੈਵਲ ਦੀ, ਜਿਹਦਾ ਪ੍ਰਧਾਨ ਮੰਤਰੀ ਮੁਖੀ ਹੈ, ਉਹਨੂੰ ਕਹਿਤਾ ਕਿ ਤੁਸੀਂ 6 ਹਫ਼ਤਿਆਂ ਦੇ ਅੰਦਰ ਕਿੰਨਾ ਆਪਦੀ ਪੈਸੇ ਦੇ ਮੁਤਾਬਕ ਦੇਣਾ ਤਾਂ ਹੈਗਾ ਹੀ ਹੈ। ਉਹ ਇੱਕ ਸਨਮਾਨਜਨਕ ਮੁਆਵਜ਼ਾ ਹੋਣਾ ਚਾਹੀਦਾ। ਫਿਗਰ ਨਹੀਂ ਦਿੱਤੀ ਅਦਾਲਤ ਨੇ, ਮੁਆਵਜ਼ਾ ਹੁਣ ਦਿੱਤਾ ਜਾਣਾ ਹੈ ਤੇ ਸਨਮਾਨਜਨਕ ਦਿੱਤਾ ਜਾਣਾ ਹੈ। ਕਿੰਨਾ ਦੇਣਾ ਇਹ ਤੈਅ ਕਰੋ ਤੇ ਕਿਸ ਤਰੀਕੇ ਨਾਲ ਉਹ ਦੇਣਾ, ਉਹਦਾ ਪ੍ਰੋਸੀਜਰ ਕੀ ਹੋਏਗਾ, ਪ੍ਰਕਿਰਿਆ ਕੀ ਹੋਏਗੀ, ਉਹ ਵੀ ਤੈਅ ਕਰਕੇ ਅਦਾਲਤ ਨੂੰ ਦੱਸੋਗੇ 6 ਹਫ਼ਤਿਆਂ ਦੇ ਅੰਦਰ। ਇਹ ਕਾਫੀ ਲੋਕਾਂ ਨੂੰ ਇੱਕ ਰਾਹਤ ਦਾ, ਹਾਲਾਂਕਿ ਸਾਡੇ ਅੰਕੜਿਆਂ ਦਾ ਪਹਿਲਾਂ ਹੀ ਦੁਨੀਆ ਪੱਧਰ 'ਤੇ ਵੀ ਮਜ਼ਾਕ ਹੋਇਆ। 800 ਵਿਗਿਆਨੀਆਂ ਨੇ, ਸਾਡਿਆਂ ਨੇ ਲਿਖ ਕੇ ਦਿੱਤਾ ਕਿ ਜੇ ਕਰੋਨਾ ਨਾਲ ਲੜਨਾ ਸਾਨੂੰ ਘੱਟੋ ਘੱਟ ਅਸਲੀ ਅੰਕੜੇ ਤਾਂ ਦੱਸੋ, ਤਾਂ ਕਿ ਅਸੀਂ ਉਹਦੇ 'ਤੇ ਕੋਈ ਰਣਨੀਤੀ ਬਣਾ ਸਕੀਏ ਕਿਸ ਤਰੀਕੇ ਨਾਲ ਕਰਨਾ। ਔਰ ਦੁਨੀਆ ਕਹਿੰਦੀ ਰਹੀ 40-42 ਲੱਖ ਲੋਕ ਮਰ ਗਏ ਨੇ ਕਰੋਨਾ ਦੇ ਨਾਲ, 4.5 ਲੱਖ ਦੀ ਫਿਗਰ ਹੈ ਲਗਭਗ। ਚਲੋ ਉਹਨਾਂ ਦਾ ਆਇਡੈਂਟੀਫਾਈ ਕਿਵੇਂ ਹੋਏਗਾ? ਇੱਕ ਤਾਂ ਚਲੋ ਜਿਨ੍ਹਾਂ ਦੀ ਫਿਗਰ ਹੈ, ਜਿਹੜੇ ਇਹਨਾਂ ਦੇ ਰਿਕਾਰਡ 'ਚ ਨੇ, ਉਹਨਾਂ ਨੂੰ ਤਾਂ ਮਿਲੇ, ਪਰ ਉਦੋਂ ਅੱਗੇ ਵੀ ਸੋਚਣਾ ਚਾਹੀਦਾ। ਜਿਹੜੇ ਬੰਦੇ ਰਜਿਸਟਰਡ ਨਹੀਂ ਹੋਏ, ਦੂਰ ਦਰਾਡੇ ਥਾਵਾਂ 'ਤੇ ਰਹਿ ਗਏ, ਪਿੰਡਾਂ 'ਚ ਰਹਿ ਗਏ, ਇੱਧਰ ਉੱਧਰ ਹੋ ਗਏ, ਜੇ ਉਹਨਾਂ ਕੋਲੇ ਰਿਪੋਰਟਾਂ ਹੈਗੀਆਂ ਨੇ ਉਹ ਕਰੋਨਾ ਨਾਲ ਉਹਨਾਂ ਦੀ ਡੈਥ ਹੋਈ ਹੈ ਸਾਰੇ ਕਿਤੇ, ਤਾਂ ਉਹਨਾਂ ਤੱਕ ਵੀ ਕਿਵੇਂ ਪਹੁੰਚ ਹੋਏਗੀ, ਇਹ ਵੀ ਇੱਕ ਬੜਾ ਮੁੱਦਾ ਹੈ। ਔਰ ਉਸ ਪੱਧਰ ਦੇ ਉੱਤੇ ਕਰਨਾ ਚਾਹੀਦਾ। ਔਰ ਸੁਪਰੀਮ ਕੋਰਟ ਦੀ ਇਹ ਜਿਹੜੀ ਜੱਜਮੈਂਟ ਹੈ, ਬੜੀ ਮਤਲਬ ਇਨਸਾਨੀਅਤ ਦੇ ਪੱਖ ਦੇ ਵਿੱਚ ਜੱਜਮੈਂਟ ਹੈ। ਉਹ ਪਰਿਵਾਰਾਂ ਦੇ ਪੱਖ ਦੇ ਵਿੱਚ ਹੈ, ਜਿਨ੍ਹਾਂ ਪਰਿਵਾਰਾਂ ਦੇ ਰੋਜੀ ਰੋਟੀ ਕਮਾਉਣ ਵਾਲੇ ਚਲੇ ਗਏ। ਔਰ ਗੌਰਮੈਂਟਾਂ ਨੂੰ ਇਹ 'ਤੇ ਧਿਆਨ ਹੈ। ਔਰ ਬਿਹਾਰ ਦੀ ਗੌਰਮੈਂਟ ਨੇ, ਸਟੇਟ ਗੌਰਮੈਂਟ ਨੇ ਕਿਹਾ ਅਸੀਂ 4-4 ਲੱਖ ਰੁਪਇਆ ਦੇਵਾਂਗੇ, ਔਰ ਉਹ ਇੱਕ ਪੋਜ਼ੀਟਿਵ ਗੱਲ ਹੈ ਕਿ ਸਟੇਟ ਗੌਰਮੈਂਟ ਨੇ ਵੀ ਇਸ ਲਈ ਕਿਹਾ। ਔਰ ਸੂਬਾ ਸਰਕਾਰਾਂ ਔਰ ਕੇਂਦਰ ਸਰਕਾਰਾਂ ਦੀ ਇਹ ਸਾਂਝੀ ਜ਼ਿੰਮੇਵਾਰੀ ਵੀ ਹੈ ਕਿ ਉਹਨਾਂ ਪਰਿਵਾਰਾਂ ਦੀ ਮਦਦ ਕਰਨ। ਜੀ ਹਮੀਰ ਜੀ, ਸੁਪਰੀਮ ਕੋਰਟ ਦੀ ਇਸ ਜੱਜਮੈਂਟ ਦੀ ਜਿਹੜੀ ਦੂਰਅੰਦੇਸ਼ੀ ਅਸਰ ਕਿਸ ਤਰ੍ਹਾਂ ਜਿਹੜੇ ਹੈਗੇ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ? ਔਰ ਉਹ ਲੱਗਦਾ ਕਿਉਂਕਿ ਨਾਰਮਲੀ ਕਾਫੀ ਸਮੇਂ 'ਚ ਕਈ ਜੱਜਮੈਂਟਾਂ ਆਉਂਦੀਆਂ ਨੇ ਜਿਹੜੀ ਲੋਕਾਂ ਦੇ ਫੇਵਰ 'ਚ ਨਹੀਂ ਜਾਂਦੀ, ਉਹ ਕੁਝ ਖਾਸ ਬੰਦਿਆਂ ਜਾਂ ਗੌਰਮੈਂਟਾਂ ਦੇ ਫੇਵਰ 'ਚ ਚਲੀ ਜਾਂਦੀ ਹੈ। ਇਹਦੇ ਨਾਲ ਇੱਕ ਨਿਆਂਪਾਲਿਕਾ ਤੇ ਉਹਦੇ 'ਤੇ ਇੱਕ ਭਰੋਸਾ ਵੱਜਦਾ ਲੋਕਾਂ ਦਾ ਵੀ ਨਹੀਂ ਕੁਝ ਹੋਊਗਾ ਸ਼ਾਇਦ।
ਔਰ ਇਹਨਾਂ ਗੱਲਾਂ ਤੇ ਹੋਣ ਲੱਗ ਗਿਆ ਤਾਂ ਜਿੰਨੇ ਦੂਜੇ ਪੈਂਡਿੰਗ ਕੇਸ ਪਏ ਨੇ, ਕਿੰਨੇ ਹੀ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹ ਕਹਿੰਦੇ ਨੇ ਸਾਨੂੰ ਗੈਰ ਕਾਨੂੰਨੀ ਰੱਖਿਆ ਹੋਇਆ ਹੈ। ਕਿੰਨੇ ਹੀ ਲੋਕਾਂ ਨੂੰ ਹੋਰ ਜਿਹੜੇ ਮੁੱਦੇ ਜਿਹੜੇ ਪੈਂਡਿੰਗ ਪਏ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ, ਚਾਹੇ ਉਹ ਨਾਗਰਿਕ ਸੋਧ ਬਿੱਲ ਦਾ ਮੁੱਦਾ ਹੈ, ਚਾਹੇ ਉਹ ਜੰਮੂ ਕਸ਼ਮੀਰ ਦਾ ਮੁੱਦਾ ਹੈ, ਵੱਖ-ਵੱਖ ਨੇ, ਤਾਂ ਉਹਨਾਂ ਦੀ ਇੱਕ ਉਮੀਦ ਬਣਦੀ ਹੈ ਕਿ ਉਹਨਾਂ 'ਤੇ ਵੀ ਅੱਗੇ ਨੂੰ ਇਹ ਸੁਣਵਾਈ ਹੋ ਕੇ ਰਾਹਤ ਸਾਨੂੰ ਵੀ ਜਿਹੜੀ ਇੱਕ ਮਿਲ ਸਕਦੀ ਹੈ। ਜਦੋਂ ਇੱਕ ਪਿਛਲੇ ਕਾਫੀ ਦਿਨਾਂ ਦੇ ਵਿੱਚ ਇੱਕ ਨਿਰਾਸ਼ਤਾ ਵੀ ਆਈ ਹੋਈ ਸੀ ਵੀ ਇੱਥੇ ਕਿਸੇ ਦੀ ਸੁਣਵਾਈ ਨਹੀਂ ਹੈ। ਇਹੀ ਸਿਸਟਮ ਦੀ ਸਟਰੈਂਥ ਹੁੰਦੀ ਹੈ, ਜੇਕਰ ਉਹ ਕਹੇ ਕਿ ਅਸੀਂ ਕਰ ਦਿੰਦੇ ਹਾਂ। ਜੇ ਇੱਕ ਧਿਰ ਕਮਜ਼ੋਰ ਕਰਦੀ ਹੈ, ਜੇ ਕਾਰਜਪਾਲਿਕਾ ਕਮਜ਼ੋਰ ਹੈ ਤਾਂ ਵਿਧਾਨ ਪਾਲਿਕਾ ਅਤੇ ਅਦਾਲਤਾਂ ਨੂੰ ਖੜ੍ਹੇ ਹੋ ਜਾਣਾ ਚਾਹੀਦਾ। ਜੇ ਕਿਸੇ ਦੂਜੇ ਵਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਦੂਜਿਆਂ ਨੂੰ ਖੜ੍ਹੇ ਹੋ ਜਾਣਾ ਚਾਹੀਦਾ। ਜਮਹੂਰੀਅਤ ਤਾਂ ਬਚਦੀ ਹੈ, ਨਹੀਂ ਤਾਂ ਜਮਹੂਰੀਅਤ ਨਹੀਂ ਬਚਦੀ। ਔਰ ਇਹਦੇ ਤੋਂ ਇਸ ਪਾਸੇ ਵੱਲ ਮੇਰਾ ਖਿਆਲ ਹੈ ਲੋਕਾਂ ਨੂੰ ਵੀ ਆਵਾਜ਼ ਬੁਲੰਦ ਵੀ ਕਰਨੀ ਚਾਹੀਦੀ ਹੈ ਉਸ ਪੱਧਰ ਦੇ ਉੱਤੇ, ਔਰ ਜਿਹੜੇ ਚੰਗੇ ਪੱਖ ਨੇ ਉਹਨਾਂ ਦੀ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਹੈ ਤਾਂ ਕਿ ਉਸ ਪਾਸੇ ਵੱਲ ਲੱਗੇ, ਅਤੇ ਜਿਹੜੇ ਬੁਰੇ ਪੱਖ ਨੇ ਉਹਨਾਂ ਦੇ ਖਿਲਾਫ ਖੜਨ ਦਾ ਜਿਹੜਾ ਇੱਕ ਸਵਾਲ ਹੈ ਔਰ ਉਹ ਬੜੇ ਵੱਡੇ ਪੱਧਰ 'ਤੇ ਬਣਾਉਣਾ ਚਾਹੀਦਾ। ਇਹੀ ਜਮਹੂਰੀਅਤ ਉਸ ਪੱਧਰ 'ਤੇ ਹੈ, ਕਿਉਂਕਿ ਲੋਕਾਂ ਦੇ ਵਿੱਚ ਹਾਹਾਕਾਰ ਕਰੋਨਾ ਦੇ ਕਰਕੇ ਐਡਾ ਵੱਡਾ ਡਰ ਅਤੇ ਸਹਿਮ ਸੀਗਾ, ਹੁਣ ਥੋੜ੍ਹਾ ਜਿਹਾ ਘਟਿਆ। ਅਜੇ ਵੀ ਕਿਹਾ ਜਾ ਰਿਹਾ ਕਿ ਤੀਜੀ ਵੇਵ ਆ ਵੀ ਸਕਦੀ ਹੈ, ਖਬਰਾਂ ਨਾਲ ਨਾਲ ਚੱਲੇ, ਔਰ ਉਹਨੂੰ ਪੂਰੀ ਤਰ੍ਹਾਂ ਰੂਲ ਆਊਟ ਨਹੀਂ ਕਰਦਾ ਕੋਈ ਵੀ ਹਜੇ ਤੱਕ। ਔਰ ਇਹਨਾਂ ਦੇ ਮਾਮਲੇ ਦੇ ਵਿੱਚ ਇੱਕ ਗੱਲ ਹੋ ਜਾਏਗੀ ਕਿ ਥੋੜ੍ਹਾ ਬਹੁਤ ਕੋਈ ਇਹਦੇ ਨਾਲ ਸੋਸ਼ਲ ਸਿਕਿਉਰਿਟੀ ਦਾ ਇੱਕ ਨੈਟਵਰਕ ਬਣਾਉਣਾ ਪਏਗਾ ਅੱਗੇ ਨੂੰ, ਔਰ ਕਾਨੂੰਨ ਬਣਾਉਣ ਦੀ ਲੋੜ ਹੈ। ਔਰ ਜੇ ਪਹਿਲੇ ਸਾਲ ਜਿਹੜਾ 2020 'ਚ ਕਰੋਨਾ ਦਾ ਮਾਮਲਾ ਆਇਆ ਸੀ, ਜਦੋਂ ਇਹ ਮੁੱਦੇ ਉਦੋਂ ਉਠਾਏ ਗਏ ਸੀ, ਜੇ ਉਦੋਂ ਦਾ ਹੀ ਪ੍ਰਬੰਧ ਹੁੰਦਾ ਤਾਂ ਅੱਜ ਤੱਕ ਇਹ ਕਿਤੇ ਨਾ ਕਿਤੇ ਲਾਗੂ ਹੋ ਜਾਣਾ ਸੀ, ਔਰ ਕਿੰਨੇ ਲੋਕਾਂ ਦੀਆਂ ਸ਼ਾਇਦ ਜਾਨਾਂ ਵੀ ਬਚ ਜਾਂਦੀਆਂ ਅਤੇ ਨਵੇਂ ਲੋਕ ਹੋਰ ਜਿਹੜੇ ਉਹਨਾਂ ਦੇ ਘਾਟੇ ਪਏ ਨੇ ਉਹ ਘਾਟੇ ਵੀ ਨਾ ਪੈਂਦੇ। ਜੀ ਹਮੀਰ ਜੀ, ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਜਿਹੜਾ ਹੈਗਾ ਬਿਜਲੀ ਸਪਲਾਈ ਦਾ ਮੁੱਦਾ ਜਿਹੜਾ ਹੈਗਾ ਬਹੁਤ ਗਰਮਾਇਆ ਹੋਇਆ। ਸਾਰੀ ਸਿਆਸੀ ਪਾਰਟੀਆਂ ਜਿਹੜਾ ਬਿਜਲੀ ਦੇ ਮੁੱਦੇ ਨੂੰ ਚੁੱਕ ਰਹੀਆਂ ਨੇ, ਅਤੇ ਅਰਵਿੰਦ ਕੇਜਰੀਵਾਲ ਵੀ ਇੱਕ ਵੱਡਾ ਐਲਾਨ ਕਰਕੇ ਗਏ ਨੇ। ਉਸ ਤੋਂ ਬਾਅਦ ਅਕਾਲੀ ਦਲ, ਕਾਂਗਰਸ, ਹੋਰ ਵੀ ਸਿਆਸੀ ਧਿਰਾਂ ਉਸ 'ਤੇ ਆਪਣੀ ਟਿੱਪਣੀਆਂ ਦੇ ਰਹੀਆਂ ਨੇ। ਅਤੇ ਜੇਕਰ ਗੱਲ ਕਰੀਏ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਜਿਹੜੇ ਆ ਲਗਾਤਾਰ ਵੱਧਦੇ ਜਾ ਰਹੇ ਨੇ। 8 ਘੰਟੇ ਜਿਹੜੀ ਝੋਨੇ ਦੀ ਲਵਾਈ ਲਈ ਸਪਲਾਈ ਦੇਣੀ ਸੀ ਬਿਜਲੀ ਦੀ, ਉਹ ਵੀ ਨਹੀਂ ਹੋ ਪਾ ਰਹੀ, ਅਤੇ ਕਈ ਦਿਨ ਹੋ ਗਏ ਵੀ ਕਿ ਕਈ ਇਲਾਕਿਆਂ ਵਿੱਚ ਤਾਂ 3 ਦਿਨਾਂ ਤੋਂ ਬਿਜਲੀ ਦੀ ਸਪਲਾਈ ਨਹੀਂ ਹੋ ਪਾ ਰਹੀ। ਇਸ ਨੂੰ ਕਿਵੇਂ ਦੇਖੋਗੇ ਵੀ ਕਿ ਇਹ ਬਿਜਲੀ ਦੇ ਕੱਟ ਲੱਗਣ ਦਾ ਮੁੱਖ ਕਾਰਨ ਕੀ ਰਹਿ ਰਿਹਾ? ਮੈਨੂੰ ਲੱਗਦਾ ਇੱਕ ਤਾਂ ਇਹ ਹੈ ਕਿ ਸਾਡੀ ਲਾਪਰਵਾਹੀ ਹੈ ਅਤੇ ਸਾਡੀ ਨਾ ਸਮਝ ਅਤੇ ਅਯੋਗਤਾ ਹੈ ਜਿਹੜੇ ਸਿਸਟਮ ਦੀ, ਸਰਕਾਰ ਦੀ ਵੀ ਔਰ ਪਾਵਰਕਾਮ ਦੀ ਵੀ ਅਤੇ ਟਰਾਂਸਕਾਮ ਦੀ ਵੀ, ਜਿਹੜੀਆਂ ਵੀ ਨੇ। ਇੱਕ ਤਾਂ ਇਹ ਗੱਲ ਹੁੰਦੀ ਹੈ ਕਿ ਪਹਿਲਾਂ ਹੀ ਸਾਡਾ ਅੰਦਾਜ਼ਾ ਲਾਇਆ ਹੁੰਦਾ, ਮਤਲਬ ਜਿਹੜੇ ਵੀ, ਕਿ ਅਗਲੇ ਸਾਲ ਸਾਡਾ ਗਰਮੀਆਂ 'ਚ ਜੂਨ ਤੋਂ ਲੈ ਕੇ ਅਗਸਤ ਤੱਕ ਕਿੰਨੀ ਬਿਜਲੀ ਚਾਹੀਦੀ ਹੈ ਸਾਨੂੰ, ਕਿੰਨੀ ਦੀ ਲੋੜ ਹੈ। ਥੋੜ੍ਹੀ ਬਹੁਤ ਇੱਧਰ ਉੱਧਰ ਹੋ ਜਾਏ ਕੋਈ ਗੱਲ ਨਹੀਂ, ਚਾਹੇ ਅਸੀਂ ਬਾਹਰੋਂ ਖਰੀਦੀਏ ਚਾਹੇ ਇੱਥੋਂ ਲਿਆਈਏ। ਬਲਕਿ ਸਾਡੇ ਤਾਂ ਪ੍ਰਚਾਰ ਬੜੇ ਸਮੇਂ ਤੋਂ ਇਹ ਹੋ ਰਿਹਾ ਕਿ ਬਿਜਲੀ ਸਰਪਲਸ ਸੂਬਾ ਹੈ, ਕਿਉਂਕਿ ਅਸੀਂ ਉਹ ਥਰਮਲ ਵੀ ਲਾ ਲਏ ਨੇ ਕਿੰਨੇ, ਜਿਨ੍ਹਾਂ ਦਾ ਰੋਜ਼ ਰੌਲਾ ਪੈਂਦਾ ਜਿਹੜੇ ਐਗਰੀਮੈਂਟਾਂ ਦਾ। ਹੁਣ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਲਗਭਗ 13,500 ਮੈਗਾਵਾਟ ਤੱਕ ਇਹਨਾਂ ਦਿਨਾਂ ਦੇ ਵਿੱਚ ਡਿਮਾਂਡ ਰਹੀ ਹੈ ਪਿਛਲੇ ਸਾਲ। ਬਿਲਕੁਲ। ਅਤੇ ਉਹ ਪੂਰੀ ਵੀ ਹੁੰਦੀ ਰਹੀ ਹੈ। ਪਿਛਲੇ ਸਾਲ ਕੱਟਾਂ ਦਾ ਕੋਈ ਐਡਾ ਵੱਡਾ ਰੌਲਾ ਨਹੀਂ ਪਿਆ, ਮਤਲਬ ਉਦੋਂ ਤੱਕ ਪਿਛਲੇ 2-3 ਸਾਲਾਂ 'ਚ ਹੀ ਬਹੁਤਾ ਨਹੀਂ ਪਿਆ। ਇਹਦਾ ਮਤਲਬ ਥੋੜ੍ਹਾ ਬਹੁਤ ਸੋਚਿਆ ਗਿਆ ਹੋਣਾ ਕਿ ਇੰਨੀ ਡਿਮਾਂਡ ਆਏਗੀ, ਇਸ ਤਰੀਕੇ ਨਾਲ ਕਰਾਂਗੇ। ਹੁਣ ਇਹ ਕਿਹਾ ਜਾਣ ਲੱਗ ਗਿਆ ਕਿ ਸਾਡੇ 2 ਕਾਰਨ ਨੇ। ਇੱਕ ਕਾਰਨ ਤਾਂ ਇਹ ਕਿ ਤੂਫਾਨ ਨਾਲ ਜਦੋਂ ਲਾਈਨਾਂ ਟੁੱਟੀਆਂ ਸੀ ਅਤੇ ਉਹ ਲਾਈਨਾਂ ਨੂੰ ਮੁੜ ਕੇ ਖੜ੍ਹਾ ਕਰਨ ਲਈ ਸਾਡੇ ਕੋਲ ਵਰਕਰ ਹੀ ਨਹੀਂ। ਜਿਹੜੇ ਪਾਵਰਕਾਮ ਦੇ ਜਦੋਂ ਬਿਜਲੀ ਬੋਰਡ ਸੀ ਲਗਭਗ 1 ਲੱਖ ਵਰਕਰ ਸੀ, ਅੱਜ ਉਹ ਅਫਸਰਾਂ ਸਮੇਤ ਅਤੇ ਵਰਕਰਾਂ ਸਮੇਤ ਉਹ ਲਗਭਗ 25-26 ਹਜ਼ਾਰ 'ਤੇ ਹੀ ਚੱਲ ਗਿਆ, 30 ਹਜ਼ਾਰ ਤੋਂ ਘੱਟ ਹੈ ਜੀ। ਅਤੇ ਉਹ ਫਿਰ ਜੇ ਫੀਲਡ ਦੇ ਵਿੱਚ ਜਦੋਂ ਲੋੜ ਪੈਂਦੀ ਹੈ ਤਾਂ ਤੁਹਾਨੂੰ ਵਰਕਰ ਤਾਂ ਚਾਹੀਦੇ ਹੀ ਨੇ, ਕੰਮ ਕਰਨ ਵਾਲੇ ਬੰਦੇ ਚਾਹੀਦੇ ਨੇ, ਮੁਲਾਜ਼ਮ ਚਾਹੀਦੇ ਨੇ। ਉਹ ਭਰਤੀ ਨਹੀਂ ਤੁਸੀਂ ਕਰ ਰਹੇ ਤਾਂ ਫਿਰ ਇਹੋ ਜਿਹੀ ਜਦੋਂ ਆਫਤ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਤੁਰੰਤ ਨਹੀਂ ਖੜੀ ਹੁੰਦੀ। ਦੂਜੀ ਗੱਲ ਇਹ ਵੀ ਕਿਹਾ ਜਾ ਰਿਹਾ ਕਿ ਜਿੰਨੇ ਟਰਾਂਸਫਾਰਮਰ ਦਾ ਲਾਸ ਹੋ ਗਿਆ ਉਸ ਮਾਮਲੇ 'ਚ, ਲਾਈਨਾਂ 'ਤੇ ਜਿਹੜੀ ਵਾਇਰ ਜਾਂ ਤਾਰ ਦੀ ਲੋੜ ਹੈ ਉਹ ਵੀ ਤੁਹਾਡੇ ਕੋਲ ਸਟੋਰਾਂ 'ਚ ਹੈ ਨਹੀਂ ਉਸ ਉਨੀ, ਤਾਂ ਕਿ ਤੁਹਾਨੂੰ ਤੁਰੰਤ ਲੋੜ ਪਏ ਤਾਂ ਤੁਸੀਂ ਦੇਣੀ ਹੈ। ਤੀਜੀ ਗੱਲ ਇਹ ਹੈ ਕਿ ਤੁਹਾਡੀ ਟਰਾਂਸਮਿਸ਼ਨ ਇੰਨੀ ਪੁਰਾਣੀ ਹੋ ਗਈਆਂ ਲਾਈਨਾਂ, ਬਾਹਰੋਂ ਬਿਜਲੀ ਸਸਤੀ ਵੀ ਮਿਲਦੀ ਹੈ ਇੰਟਰਨੈਸ਼ਨਲ ਗ੍ਰਿਡ ਦੇ ਵਿੱਚੋਂ ਬੜੀ, ਜੇ ਤੁਸੀਂ ਉਹਨੂੰ ਇਸ ਤਰੀਕੇ ਦੇ ਨਾਲ ਕਰੋ ਅੱਜ ਦੇ ਦੌਰ ਦੇ ਵਿੱਚ। ਅਤੇ ਉਹ ਟਰਾਂਸਮਿਸ਼ਨ ਉਨੀ ਜਿਹੜੀ ਲਿਆਉਣ ਵਾਲੀ ਬਿਜਲੀ ਉਹ ਝੱਲਣ ਜੋਗੀਆਂ ਹੀ ਨਹੀਂ ਤਾਰਾਂ, ਉਹਦੀ ਮਾਡਰਨਾਈਜੇਸ਼ਨ ਜਾਂ ਉਹਨੂੰ ਅਪਡੇਟ ਕਿਹਨੇ ਕਰਨਾ ਸੀ? ਉਹ ਤਾਂ ਤੁਹਾਨੂੰ ਕਰਨ ਦੀ ਲੋੜ ਸੀ ਹੁਣ ਤੱਕ ਜੇਕਰ ਤਰੀਕੇ ਨਾਲ। ਔਰ ਅਗਲੀ ਗੱਲ ਇਹ ਹੈ ਕਿ ਤੁਸੀਂ ਬਠਿੰਡਾ ਥਰਮਲ ਵੇਚਤਾ, ਰੋਪੜ ਵਾਲਾ 800 ਮੈਗਾਵਾਟ ਬੰਦ ਕਰਨ ਦਾ ਆਰਡਰ ਦਿੱਤਾ ਵੀ ਅਜੇ ਆਪਾਂ ਬੰਦ ਰੱਖਣਾ। ਲਹਿਰਾ ਵੀ ਹੁਣ ਚਲਾਇਆ, ਵਿੱਚ ਬੰਦ ਕਰ ਦਿੰਦੇ ਹੋ ਉਹ ਸਾਰੇ ਮਾਮਲੇ ਦੇ ਵਿੱਚ। ਪ੍ਰਾਈਵੇਟ ਥਰਮਲਾਂ ਨੇ ਐਗਰੀਮੈਂਟ ਇਹ ਨੇ, ਜੇ ਅੱਜ ਤੁਹਾਨੂੰ ਬਿਜਲੀ ਨਹੀਂ ਦਿੰਦੇ ਉਹ ਤਾਂ ਉਹਦੇ 'ਤੇ ਕੋਈ ਜੁਰਮਾਨਾ ਨਹੀਂ ਲਾ ਸਕਦੇ ਜੀ। ਇਹ ਉਹਦੀ ਖੁੱਲ੍ਹੀ ਖੇਡ ਹੈ, ਜੋ ਮਰਜ਼ੀ। ਜਦ ਪੀਕ ਲੋਡ 'ਤੇ ਜ਼ਿਆਦਾ ਕਿਤੇ ਬਿਜਲੀ ਦੀ ਲੋੜ ਹੁੰਦੀ ਹੈ ਉਦੋਂ ਕਿਤੇ ਵੀ ਵੇਚਦੇ ਨੇ, ਤੁਹਾਡੇ ਨਾਲ ਨਹੀਂ ਹੈ। ਕਿੰਨੇ ਪਹਿਲੂ ਮਿਲ ਕੇ ਜਿਹੜੇ ਨੇ
ਉਹ ਇੱਥੇ ਹੱਦ ਤੱਕ ਚਲੇ ਗਏ ਨੇ ਕਿ ਹੁਣ ਲੋਕ ਇਹੋ ਜਿਹੀ ਗਰਮੀ ਦੇ ਮਾਮਲੇ ਦੇ ਵਿੱਚ ਮਤਲਬ ਨਹੀਂ ਬਿਜਲੀ ਆਉਂਦੀ, 8-8 ਘੰਟੇ ਕੱਟ ਹੋ ਗਏ, 10-10 ਘੰਟੇ ਕੱਟ ਹੋ ਗਏ, ਲੋਕ ਮਤਲਬ ਬੱਚੇ ਸੌ ਨਹੀਂ ਪਾਉਂਦੇ, ਬਹੁਤ ਬੁਰਾ ਹਾਲ ਹੈ। ਅੱਜ ਪਾਵਰਕਾਮ ਨੇ ਇੱਕ ਕਰਤਾ, ਹਜੇ ਤਾਂ ਉੱਥੇ ਕੀਤਾ, ਸ਼ਾਇਦ ਲੋਕਾਂ ਦੇ ਵੀ ਕਰਦੇ, ਇੱਕ ਆਰਡਰ ਕਰਤਾ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਏਸੀ ਬੰਦ ਜੀ ਉਹ ਨਹੀਂ ਲਾਉਂਗੇ। ਕੱਲ੍ਹ ਨੂੰ ਕਰ ਦੋਗੇ ਘਰਾਂ 'ਚ ਵੀ ਏਸੀ ਬੰਦ। ਤਾਂ ਜਿਹੜੀ ਇੱਕ ਜੀਵਨ ਜਾਂਚ ਤੁਸੀਂ ਬਣਾਤੀ ਲੋਕਾਂ ਦੀ, ਘਰ ਪਾਏ ਹੀ ਉਹੋ ਜਿਹੇ ਹੋਏ ਨੇ ਜਿੱਥੇ ਏਸੀ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਉਹ ਤਾਂ ਰਾਤੋਂ ਰਾਤ ਨਹੀਂ ਨਾ ਬਦਲ ਸਕਦੇ, ਬਿਲਕੁਲ। ਤੇ ਰਾਤੋਂ ਰਾਤ ਨਹੀਂ ਬਦਲ ਸਕਦੇ, ਤੇ ਫਿਰ ਲੋਕਾਂ ਨੇ ਕੀ ਕਰਾਉਣਾ ਤੁਹਾਡੀ ਸਰਪਲਸ ਬਿਜਲੀ ਤੋਂ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ 'ਚੋਂ ਜਿਹੜੀਆਂ ਕਰਨ ਲੱਗੇ ਹੋ। ਇਸ ਕਰਕੇ ਜਿਹੜੀਆਂ ਆਹ ਨੇ ਨਾ ਕੇਜਰੀਵਾਲ ਟਾਈਪ ਜਾਂ ਬਾਕੀ ਦੇ ਟਾਈਪ 300 ਮੁਫਤ ਦੇਤੀ ਫਲਾਣਾ, ਲੋਕ ਕਹਿੰਦਾ ਵੀ ਅਸੀਂ ਤਾਂ ਬਿੱਲ ਭਰ ਰਹੇ ਹਾਂ ਭਾਈ ਸਾਹਿਬ, ਬਿਜਲੀ ਤਾਂ ਦਿਓ। ਬਿਲਕੁਲ। ਬਿਜਲੀ ਤੁਹਾਡੇ ਕੋਲ ਹੋ ਨਹੀਂ, ਤੁਸੀਂ ਮੁਫਤ ਕਰੀ ਜਾਓਗੇ ਤਾਂ ਉਹਦਾ ਕੀ ਮਤਲਬ ਹੋਏਗਾ? ਉਹ ਫਰਾਡ ਮਤਲਬ ਗਰਾਊਂਡ ਚਲਾ ਜਾਂਦਾ ਉਸ ਮਾਮਲੇ ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਲੋਕਾਂ ਨੂੰ ਰੋਜ਼ ਜ਼ਰੂਰੀ ਹੁਣ ਅੰਗ ਬਣ ਗਈ ਹੈ ਲੋਕਾਂ ਦਾ ਜ਼ਿੰਦਗੀ ਦਾ, ਕਿ ਇਹਦੇ ਤੋਂ ਬਿਨਾਂ ਚੱਲਿਆ ਨਹੀਂ ਜਾ ਸਕਦਾ। ਉੱਤੇ ਜਿੰਨੀ ਗੰਭੀਰਤਾ ਨਾਲ ਚਾਹੀਦਾ ਔਰ ਉਨੀ ਗੰਭੀਰਤਾ ਨਾਲ ਗੱਲ ਹੋਣੀ ਚਾਹੀਦੀ। ਅਤੇ ਦੂਜੀ ਗੱਲ ਮੈਨੂੰ ਤਾਂ ਇਹ ਵੀ ਲੱਗਦਾ ਕਿ ਜੇ ਤੁਸੀਂ 4 ਦਿਨ ਲੋਕਾਂ ਨੂੰ ਇੰਨੇ ਘੰਟੇ ਕੱਟ ਲਾਉਂਦੇ ਹੋ ਤਾਂ ਬਿੱਲਾਂ 'ਤੇ ਕੱਟ ਲੱਗਣਾ ਚਾਹੀਦਾ। ਬਿੱਲ ਨਾ ਵਸੂਲੋ ਫਿਰ ਮਹੀਨੇ ਦੇ, ਅਤੇ ਉਹਦਾ ਕੋਈ ਜੁਰਮਾਨਾ ਤਾਂ ਲੱਗਣਾ ਚਾਹੀਦਾ ਨਾ ਹਰਜਾਨਾ ਗੌਰਮੈਂਟ ਨੂੰ, ਕਿ ਤੁਸੀਂ ਇੰਨਾ ਜ਼ਿਆਦਾ ਲੋਕਾਂ ਨੂੰ ਤਕਲੀਫ ਦੇ ਦਿੱਤੀ ਅਤੇ ਉਹਦੇ ਕਰਕੇ ਤੁਸੀਂ ਉਹਨਾਂ ਨੂੰ ਇਕਨੋਮਿਕ ਤੌਰ 'ਤੇ ਰਾਹਤ ਦੇ ਰਹੇ ਹੋ। ਅਤੇ ਜੇ ਉਹ ਵੀ ਰਾਹਤ ਨਹੀਂ ਦੇਣੀ ਅਤੇ ਬਾਕੀ ਕਹਿਤਾ ਵੀ ਚਲੋ ਉਸ ਸਮੇਂ ਵੀ ਤਾਂ ਖੜ ਹੀ ਗਿਆ, ਉਹੀ ਤੁਹਾਡੀ ਰਾਹਤ ਹੈ ਜਦੋਂ ਤੁਹਾਡਾ ਖੜ ਗਿਆ। ਇਹ ਨਹੀਂ ਹੋਣਾ ਚਾਹੀਦਾ। ਤੁਹਾਡਾ ਜਿਹੜੀ ਕਮਿਟਮੈਂਟ ਹੈ, ਤੁਹਾਡਾ ਵਾਅਦਾ ਹੈ ਅਤੇ ਤੁਹਾਡਾ ਦਾਅਵਾ ਹੈ, ਉਹਨੂੰ ਪੂਰਾ ਕਰਨ ਵੱਲ ਅੱਗੇ ਤੁਰਨਾ ਪੈਂਦਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।